स्वर्ण आकर्षण कार्तवीर्य अर्जुन कथा। ਸਵਰਨਕਰਸ਼ਨ ਕਾਰਤਵੀਰਯ ਦੀ ਪੂਜਾ ਅਤੇ ਕਥਾ। ਇੱਕ ਵਾਰ ਦੀ ਗੱਲ ਹੈ, ਸੂਰਜ ਚਲਦੇ ਜਾ ਰਿਹਾ ਸੀ। ਪੰਛੀ ਚਹਿਕਦੇ ਚਹਿਕਦੇ ਆਪਣੇ ਆਲ੍ਹਣਿਆਂ ਨੂੰ ਆ ਰਹੇ ਸਨ। ਸ਼ਾਮ ਦੇ ਸਮੇਂ ਸੂਰਜ ਦੀ ਹਲਕੀ ਜਿਹੀ ਰੌਸ਼ਨੀ ਦੇ ਕਾਰਨ ਬਰਫ਼ ਅਤੇ ਪਹਾੜ ਬਹੁਤ ਸੁੰਦਰ ਦਿਖਾਈ ਦੇ ਰਹੇ ਸੀ। ਕੈਲਾਸ਼ ਪਰਬਤ ਉੱਪਰ ਸ਼ਿਵਜੀ ਅਤੇ ਮਾਤਾ ਪਾਰਵਤੀ ਬੈਠੇ ਸੀ। ਮਾਤਾ ਪਾਰਵਤੀ ਦੇ ਚਿਹਰੇ ਉੱਪਰ ਚਿੰਤਾ ਦਿਖਾਈ ਦੇ ਰਹੀ ਸੀ। ਮਹਾਦੇਵ ਜੀ ਨੇ ਪੁੱਛਿਆ ਕਿ ਦੇਵੀ, ਇੰਨੇ ਮਨਮੋਹਕ ਸੁਹਾਵਣੇ ਮੌਸਮ ਵਿੱਚ ਤੁਹਾਡੇ ਚਿਹਰੇ 'ਤੇ ਚਿੰਤਾ ਕਿਉਂ ਦਿਖਾਈ ਦੇ ਰਹੀ ਹੈ? ਤੁਸੀਂ ਮੈਨੂੰ ਚਿੰਤਾ ਦਾ ਕਾਰਨ ਦੱਸ ਸਕਦੇ ਹੋ? ਮਾਤਾ ਪਾਰਵਤੀ ਨੇ ਕਿਹਾ, ਹੇ ਪ੍ਰਭੂ, ਆਪ ਦੋਵਾਂ ਦੇ ਦੇਣ ਮਹਾਦੇਵ ਹੋ। ਆਪ ਵਰਤਮਾਨ, ਭੂਤਕਾਲ ਅਤੇ ਭਵਿੱਖਕਾਲ ਦਾ ਗਿਆਨ ਰੱਖਣ ਵਾਲੇ ਤ੍ਰਿਕਾਲਦਰਸ਼ੀ ਹੋ ਅਤੇ ਨੀਲਕੰਠ ਵੀ ਹੋ। ਆਪ ਪੱਤਿਆਂ ਦੇ ਪਰਮਪਤੀ, ਪਰਮ ਪੂਜਾ ਅਤੇ ਭੁਵਨਵਸ਼ਨ ਹੋ। ਆਪ ਆਦਿ ਅਨੰਤ, ਨਿਰਾਕਾਰ ਅਤੇ ਚਿੰਤਾਨਕਨ ਹੋ। ਹੇ ਅਵਿਨਾਸ਼ੀ, ਆਪ ਸਭ ਕੁਝ ਜਾਣਨ ਵਾਲੇ, ਮੇਰੇ ਕੋਲੋਂ ਕੀ ਜਾਣਨਾ ਚਾਹੁੰਦੇ ਹੋ? ਹੇ ਪ੍ਰਭੂ, ਇਸ ਕਾਲ ਵਿੱਚ ਸੰਸਾਰ ਦਾ ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਪ੍ਰਕਾਰ ਦਾ ਦੁੱਖ ਹੈ। ਬਹੁਤ ਸਾਰੇ ਧਨ ਕਮਾਉਣ ਦੀ ਖਾਤਰ ਚੰਗਾ ਮਾੜਾ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਹੈ। ਗਰੀਬ ਹੀ ਸਭ ਮੁਸ਼ਕਿਲ ਦੀ ਜੜ੍ਹ ਹੈ। ਧਨ ਦਾ ਨਾ ਹੋਣਾ ਹੀ ਸਭ ਤੋਂ ਵੱਡਾ ਦੁੱਖ ਹੈ। ਭਗਵਾਨ ਸ਼ਿਵ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਹੱਲ ਹੈ। ਸੰਸਾਰਿਕ ਕੰਮਾਂ ਕਾਰਾਂ ਨੂੰ ਛੱਡ ਕੇ ਧਨ ਦਾ ਸਵਾਮੀ ਬਣ ਜਾਵੇ। ਮਾਤਾ ਪਾਰਵਤੀ ਨੇ ਕਿਹਾ, ਮੈਂ ਮਾਤਾ ਹੋਣ ਦੇ ਨਾਤੇ ਸਾਰੇ ਪੁੱਤਰਾਂ ਦਾ ਕਲਿਆਣ ਕਰਨਾ ਚਾਹੁੰਦੀ ਹਾਂ। ਹੇ ਮਹਾਦੇਵ, ਸੰਸਾਰ ਦੇ ਸਾਰੇ ਪੁੱਤਰਾਂ ਨੂੰ ਸਦਬੁੱਧੀ ਦਾ ਵਰਦਾਨ ਦਿਓ, ਉਹਨਾਂ ਦਾ ਕਲਿਆਣ ਕਰੋ। ਭਗਵਾਨ ਸ਼ਿਵ ਨੇ ਕਿਹਾ, ਹੇ ਜਗਤ ਜਨਨੀ ਦੇਵੀ ਪਾਰਵਤੀ, ਸੰਸਾਰ ਵਿੱਚ ਸਾਰੇ ਪਰੇਸ਼ਾਨੀਆਂ ਦਾ ਹੱਲ ਹੈ ਜਦੋਂ ਪੱਖ ਅਤੇ ਨਿਰਪੱਖ ਵੀ ਹੈ। ਜੇ ਨਿਰਪੱਖ ਤੇ ਪੱਖ ਵੀ ਹੈ, ਪਰ ਅਗਿਆਨ ਅਤੇ ਅੰਧਕਾਰ, ਘ੍ਰਿਣਾ ਸਭ ਜਾਣਦੇ ਵੀ ਆਦਮੀ ਕੁਝ ਨਹੀਂ ਜਾਣਦਾ। ਮਾਤਾ ਪਾਰਵਤੀ ਨੇ ਕਿਹਾ, ਹੇ ਜਗਤ ਦੇ ਪਰਮ ਪਿਤਾ, ਦੇਵੋਂ ਦੇ ਦੇਵ ਮਹਾਦੇਵ, ਮਾਂ ਲਈ ਸਭ ਬਰਾਬਰ ਹਨ। ਜੇ ਲੋਕ ਅਗਿਆਨੀ ਹੈ, ਦਲਿੱਦਰ ਤੇ ਦੁਖੀ ਹੈ, ਹੋਰ ਬੁੱਧੀਮਾਨ ਹੈ, ਸਭ ਮੇਰੇ ਪੁੱਤਰ ਹਨ। ਮੈਂ ਸਾਰੇ ਪੁੱਤਰਾਂ ਦਾ ਕਲਿਆਣ ਕਰਨਾ ਚਾਹੁੰਦੀ ਹਾਂ। ਹੇ ਦੇਵ, ਸਾਰੇ ਪੁੱਤਰਾਂ ਨੂੰ ਖੁਸ਼ਹਾਲ ਦੇਖਣਾ ਚਾਹੁੰਦੀ ਹਾਂ। ਜੋ ਮੇਰੇ ਪੁੱਤਰ ਗਰੀਬ ਹਨ, ਉਹਨਾਂ ਨੂੰ ਧਨ, ਤੇ ਜਿਨ੍ਹਾਂ ਕੋਲ ਧਨ ਹੈ, ਉਹਨਾਂ ਨੂੰ ਧਨ ਦੀ ਹਰ ਪ੍ਰਕਾਰ ਰੱਖਿਆ ਅਤੇ ਕਈ ਪੀੜ੍ਹੀਆਂ ਤੱਕ ਧਨ ਦੇਣਾ ਚਾਹੁੰਦੀ ਹਾਂ। ਭਗਵਾਨ ਸ਼ਿਵ ਬੋਲੇ, ਹੇ ਦੇਵੀ, ਆਪ ਦਿਆਲ ਹੋ। ਆਪਣੇ ਸੰਸਾਰ ਦੇ ਕਲਿਆਣ ਲਈ ਇਸ ਤਰ੍ਹਾਂ ਦੀ ਗੱਲ ਪੁੱਛੀ। ਅੱਜ ਤੱਕ ਮੈਂ ਕਿਸੇ ਨੂੰ ਦੱਸਿਆ ਨਹੀਂ। ਦੇਵੀ, ਤੁਸੀਂ ਚਿੰਤਾ ਨਾ ਕਰੋ। ਮੈਂ ਇਸ ਸਮੱਸਿਆ ਦੇ ਹੱਲ ਲਈ ਤੁਹਾਨੂੰ ਵਚਨ ਦੇ ਚੁੱਕਿਆ ਹਾਂ। ਹੇ ਭੁਵਨੇਸ਼ਵਰੀ, ਕੁਝ ਸਮਾਂ ਪਹਿਲਾਂ ਮੇਰੇ ਕੋਲ ਕਾਲ ਚੱਕਰ ਸੀ। ਉਸ ਚੱਕਰ ਨੂੰ ਮੈਂ ਵਿਸ਼ਨੂੰ ਨੂੰ ਦੇ ਦਿੱਤਾ ਸੀ, ਜੋ ਕਿ ਅੱਜ ਕੱਲ੍ਹ ਸੁਦਰਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਤੇ ਅਵਤਾਰ ਕਾਰਤਿਕੇਯ ਅਰਜੁਨ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਪ੍ਰਕਾਰ ਸੁਦਰਸ਼ਨ ਚੱਕਰ ਕਾਰਤਵੀਰਯ ਅਰਜੁਨ ਸਭ ਕਾਮਨਾਵਾਂ ਦੀ ਪੂਰਤੀ ਤੇ ਧਨ ਨੂੰ ਵਧਾਉਣ ਵਾਲਾ ਦੇਵਤਾ ਹੈ। ਹੇ ਦੇਵੀ, ਜਗਤ ਦੇ ਕਲਿਆਣ ਲਈ ਸੁਦਰਸ਼ਨ ਚੱਕਰ ਅਵਤਾਰ ਕਾਰਤਵੀਰਯ ਦਾ ਪੂਜਨ ਵਿਦਵਾਨ ਕਹਿੰਦਾ ਹੈ। ਸਭ ਤੋਂ ਪਹਿਲਾਂ ਕਾਰਤਵੀਰਯ ਦਾ ਪੂਜਨ ਇਸ ਪ੍ਰਕਾਰ ਕਰਨਾ ਚਾਹੀਦਾ ਹੈ। ਪ੍ਰਕਾਸ਼ ਦੇ ਪ੍ਰਕਾਸ਼ ਸੂਰਜ ਦੇ ਸਮਾਨ ਤੇ ਤੇਜਸਵੀ, ਗਲੇ ਵਿੱਚ ਸੋਨੇ ਦੀ ਮਾਲਾ, ਸਿਰ ਤੇ ਲਾਲ ਪਗੜੀ, ਕਈ ਪ੍ਰਕਾਰ ਦੇ ਗਹਿਣੇ, ਆਪਣੇ ਪੰਜ ਹੱਥਾਂ ਵਿੱਚ ਧਨੁਸ਼ ਅਤੇ ਬਾਣ ਧਾਰਨ ਕਰਨ ਵਾਲੇ ਪ੍ਰਿਥਵੀ ਦੇ ਸਵਾਮੀ ਕਾਰਤਵੀਰ, ਸਭ ਪ੍ਰਕਾਰ ਦੀ ਸਾਡੀ ਰੱਖਿਆ ਕਰੋ। ਪ੍ਰਾਰਥਨਾ ਕਰਦੇ ਸਮੇਂ ਸ਼੍ਰੀ ਕਾਰਤਵੀਰ ਅਰਜੁਨ ਦੀ ਫੋਟੋ ਜਾਂ ਮੂਰਤੀ ਸਾਹਮਣੇ ਹੋਣੀ ਚਾਹੀਦੀ ਹੈ। ਮੂਰਤੀ ਉੱਪਰ ਫੁੱਲ, ਚੌਲ ਅਤੇ ਸ਼ੁੱਧ ਜਲ ਦਾ ਛਿੜਕਾਅ ਕਰਨਾ ਚਾਹੀਦਾ ਹੈ। ਹੇ ਦੇਵੀ ਪਾਰਵਤੀ, ਦੇਵਤਿਆਂ ਦੀ ਪੂਜਾ ਸਮੇਂ 16 ਉਪਚਾਰ ਜਾਂ 18 ਉਪਚਾਰ ਜਾਂ 5 ਉਪਚਾਰਾਂ ਦੀ ਕੀਤੀ ਜਾਂਦੀ ਹੈ। ਮਹਾਕਾਲ ਦੀ ਪੂਜਾ 64 ਉਪਚਾਰ ਜ਼ਰੂਰੀ ਹੈ। ਪ੍ਰਭੂ, ਕਲਯੁਗ ਵਿੱਚ ਸਾਰੇ ਸਾਧਨ ਨਾ ਮਿਲਣ ਤੇ 5 ਉਪਚਾਰਾਂ ਦੁਆਰਾ ਕੀਤੀ ਜਾ ਸਕਦੀ ਹੈ, ਜਿਵੇਂ ਚੰਦਨ, ਅਗਰ, ਕਪੂਰ, ਹਾਰ ਵਾਸਤੇ 50 ਪ੍ਰਕਾਰ ਦੇ ਫੁੱਲ, ਧੂਪ ਦੇ ਲਈ
ਗੂਗਲ ਨੂੰ ਸਾੜ ਕੇ ਧੂਫ ਤਿਆਰ ਕਰ ਲਵੋ। ਦੀਵੇ ਨੂੰ ਜਲਾਉਣ ਦੇ ਲਈ ਰੂੰ ਦੀ ਬੱਤੀ ਕਪੂਰ ਵਿੱਚ ਮਿਲਾ ਕੇ 4 ਉਂਗਲਾਂ ਜਿੰਨੀ ਬੱਤੀ ਬਣਾ ਕੇ ਦੀਵੇ ਨੂੰ ਜਲਾ ਦਿਓ। ਮਹਾਰਾਜ ਕਾਰਤਿਕ ਵੀਰ ਦੇ ਪੈਰਾਂ ਵਿੱਚ ਜਲ ਹੱਥ ਵਿੱਚ ਰੱਖ ਕੇ ਪ੍ਰਾਰਥਨਾ ਕਰੋ ਅਤੇ ਜਲ ਦਾ ਗ੍ਰਹਿਣ ਕਰੋ। ਜੋ ਵੀ ਤੁਸੀਂ ਸਮਾਨ ਲਿਆ ਹੈ ਉਹਨਾਂ ਦਾ ਨਾਮ ਲੈ ਕੇ ਮੂਰਤੀ ਉੱਪਰ ਚੜ੍ਹਾਓ। ਧੂਫ ਇਸ ਪ੍ਰਕਾਰ ਦੇ ਹੋ। ਮਹਾਰਾਜ ਆਪ ਦੇ ਲਈ ਧੂਫ ਅਰਪਿਤ ਹੈ, ਫੁੱਲ ਅਰਪਿਤ ਹਨ ਅਤੇ ਦੀਪਕ ਜਲਾ ਕੇ ਆਰਤੀ 3 ਵਾਰ ਜਲ ਘੁਮਾ ਕੇ ਕਰਨੀ ਚਾਹੀਦੀ ਹੈ। ਮਹਾਰਾਜ ਜੀ ਤੁਹਾਨੂੰ ਨਮਸਕਾਰ ਹੈ। 6 ਵਾਰ ਪ੍ਰਾਰਥਨਾ ਕਰੇ ਅਤੇ ਬੋਲਣ ਕਿ ਹੇ ਕਾਰਤਿਕ ਵੀਰ, ਅਸੀਂ ਤੁਹਾਡੇ ਗਿਆਨ ਅਨੁਸਾਰ ਪੂਜਾ ਕੀਤੀ ਹੈ। ਅਗਰ ਕੋਈ ਗਲਤੀ ਹੋ ਗਈ ਹੈ ਤਾਂ ਮੁਆਫ਼ ਕਰਨਾ। ਸ਼੍ਰੀਮਤੀ ਸ਼ਿਲਧਰਾ ਦੇ ਗਰਭ ਵਿੱਚੋਂ ਪੈਦਾ ਹੋਏ ਕਾਰਤਿਕ ਵੀਰ ਨੂੰ ਪ੍ਰਣਾਮ। ਗੁੱਸੇ ਨੂੰ ਘੱਟ ਕਰਨ ਵਾਲੇ ਨੂੰ ਨਮਸਕਾਰ। 7 ਦੀਵਿਆਂ ਨੂੰ ਜਲਾਉਣ ਵਾਲੀ ਕਾਰਤਿਕ ਵੀਰੇ ਦੀ ਜੋ ਆਪਣੇ ਭਗਤਾਂ ਨੂੰ ਸੁੱਖ ਦੇਣ ਵਾਲੇ ਨੂੰ ਨਮਸਕਾਰ। ਸਭ ਦਾ ਭਲਾ ਕਰਨ ਵਾਲੇ ਕਾਰਤਿਕ ਵੀਰ ਨੂੰ ਪ੍ਰਣਾਮ। ਤਿਲਾਂ ਦਾ ਦਾਨ ਦੇਣ ਵਾਲੇ ਅਤੇ ਸੁੰਦਰ ਭੁਜਾਵਾਂ ਬਣਾਉਣ ਵਾਲੇ ਕਾਰਤਿਕ ਵੀਰ ਨੂੰ ਨਮਸਕਾਰ। ਕਿਰਪਾ ਦੇ ਪਾਤਰ ਕਾਰਤਿਕ ਵੀਰ ਨੂੰ ਪ੍ਰਣਾਮ। ਆਪਣੇ ਗੁਣਾਂ ਦੇ ਰਸ ਨਾਲ ਭਰਪੂਰ ਕਰਨ ਵਾਲੇ ਕਾਰਤਿਕ ਵੀਰ ਨੂੰ ਪ੍ਰਣਾਮ। ਪੈਸੇ ਚੋਰੀ ਕਰਨ ਵਾਲੇ ਨੂੰ ਸਜ਼ਾ ਦੇਣ ਵਾਲੇ ਨੂੰ ਪ੍ਰਣਾਮ। ਜੋ ਇਹਨਾਂ ਨਾਮਾਂ ਨਾਲ ਕਾਰਤਿਕ ਵੀਰ ਦੀ ਪ੍ਰਾਰਥਨਾ ਕਰਦਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਹੁੰਦਾ, ਉਹਨਾਂ ਦਾ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੁੰਦਾ। ਜੇ ਕਾਰਤਿਕ ਵੀਰ ਇਹਨਾਂ ਨਾਵਾਂ ਨਾਲ ਪੂਜਾ ਕਰਦਾ ਹੈ, ਉਹ ਹਮੇਸ਼ਾ ਤਰੱਕੀ ਕਰਦਾ ਹੈ ਅਤੇ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੁੰਦਾ। ਹੱਥ ਵਿੱਚ 500 ਮਨੁੱਖ ਅਤੇ ਖੱਬੇ ਹੱਥ ਵਿੱਚ 500 ਬਾਣ ਧਾਰਨ ਕਰਨੇ। ਮਹਾਰਾਜ ਕਾਰਤਿਕ ਵੀਰ, ਇਸ ਸੰਸਾਰ ਵਿੱਚ ਚੋਰਾ ਕੋਈ ਸਾਡੀ ਰਕਸ਼ਾ ਕਰਨੀ। ਕਾਰਤਿਕ ਵੀਰ ਖਲਦੇਸ਼ੀ ਸੰਤ ਰੂਪਨ ਰਕਤਵਾਸਾ ਧਨੁਤਰ। ਕਾਰਤਿਕ ਵੀਰ ਰਕਤਮਾਲਾ ਰਾਜਾ ਸ਼ਸਤਰੀਸ਼ਦ। ਜੋ ਕਾਰਤਿਕ ਵੀਰ ਦੇ ਬਾਗ ਨਾਵਾਂ ਨਾਲ ਪਾਠ ਕਰੇਗਾ, ਸਾਰੇ ਮਨੁੱਖ ਉਸਦੇ ਵੱਸ ਵਿੱਚ ਹੋ ਜਾਂਦੇ ਹਨ। ਮੈਂ ਸਾਰੇ ਦੁਮਨ ਦੇ ਵਿਨਾਸ਼ਕ ਦੇਣ ਸਵਰੂਪ ਰਾਖਸ਼ਾਂ ਦੇ ਵੱਧ ਚੂਰ ਚੂਰ ਕਰਨੇ ਵਾਲੇ ਮਹਾਰਾਜ ਕਾਰਤਿਕ ਵੀਰ ਨੂੰ ਪ੍ਰਣਾਮ ਕਰਦਾ ਹਾਂ। ਕਾਰਤਿਕ ਵੀਰ ਅਰਜੁਨ ਨਾਮ ਰਾਜ ਬਹੁਸਪਰਵਾਨ। ਇਸ ਮੰਤਰ ਦੇ ਜਾਪ ਨਾਲ ਡਰ ਤੋਂ ਮੁਕਤ ਹੋ ਜਾਂਦਾ ਹੈ, ਜਿਸ ਦਾ ਅਵਤਾਰ ਲੋਕਾਂ ਦੇ ਕਲਿਆਣ ਲਈ ਹੋਇਆ ਹੈ। ਵਿਸ਼ਨੂੰ ਦੇ ਅੰਸ਼ ਭੂਤ ਚੱਕਰ ਦੇ ਰੂਪ ਕਾਰਤਿਕ ਵੀਰ ਨੂੰ ਨਮਸਕਾਰ ਕਰਦਾ ਹਾਂ। ਆਪ ਦੁਮਨ ਦਾ ਵਿਨਾਸ਼ ਕਰੇ ਅਤੇ ਸਾਡੀ ਮਹਾਦੀਤਾ ਕਰੇ। ਆਪ ਜਲਦੀ ਉਠੋ, ਮੈਂ ਬਹੁਤ ਦੁਖੀ ਹਾਂ। ਆਪ ਚੁੱਪ ਕਿਉਂ ਬੈਠੇ ਹੋ? ਮੈਂ ਆਪਣੇ ਪੁੱਤਰ ਦੇ ਸਭ ਪ੍ਰਕਾਰ ਦੇ ਡਰ ਤੋਂ ਸਾਡੀ ਕਰਮਾ ਕਰੇ। ਸੱਜੇ ਹੱਥ ਵਿੱਚ ਜਲ ਹਾਰ ਜਾਂ ਅੰਬ ਦੇ ਪੱਤੇ ਨਾਲ ਸਾਰੇ ਦਿਸ਼ਾਵਾਂ ਵਿੱਚ, ਧਰਤੀ ਅਤੇ ਆਕਾਸ਼ ਵਿੱਚ ਜਲ ਛਿੜਕੋ। ਹਵਨ ਪੂਰਤੀ ਜਾਂ ਪੂਜਾ ਦੇ ਬਾਅਦ ਹਵਨ ਕਰਨਾ ਚਾਹੀਦਾ ਹੈ। ਇਸਦੇ ਲਈ ਮਿੱਟੀ ਜਾਂ ਤਾਂਬੇ ਦੇ ਹਵਨ ਵਿੱਚ ਜਲਕਰ ਚਾਵਲ, ਸ਼ੱਕਰ, ਘਿਓ ਮਿਲਾ ਕੇ ਬੀਜ ਸੰਤ ਔਸਫਰੀ ਹੀ ਕੱਲੀ ਕਾਰਤਿਕ ਵੀਰ ਅਰਜੁਨ ਨਮ ਨਾਲ ਹਵਨ ਕਰਨਾ ਚਾਹੀਦਾ ਹੈ। ਹਵਨ ਵਿੱਚ ਅੰਬ, ਪਲਾਸਬੇਲ ਆਦਿ ਦਰੱਖਤਾਂ ਦੀਆਂ ਪੱਤੀਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਕੰਡਿਆਂ ਵਾਲੇ ਦਰੱਖਤਾਂ ਦੀਆਂ ਪੱਤੀਆਂ ਨਹੀਂ ਹੋਣੀਆਂ ਚਾਹੀਦੀਆਂ। ਮਾਤਾ ਪਾਰਵਤੀ ਨੇ ਕਿਹਾ ਹੈ, ਕਾਲੋ ਦੇ ਕਾਲ ਮਹਾਕਾਲ ਮਨੁੱਖ ਇੱਕ ਕਾਮਨ ਸਦੀ ਪ੍ਰਾਣੀ ਹੈ। ਇੱਕ ਪੂਰੀ ਹੁੰਦੀ ਹੈ ਤਾਂ ਦੂਸਰੀ ਰੱਖ ਦਿੰਦਾ ਹੈ। ਕਾਮਨਾ ਦੇ ਰੂਪ ਕਈ ਪ੍ਰਕਾਰ ਦੇ ਹਨ, ਪਰ ਇਹਨਾਂ ਵਿੱਚ ਧਨ ਦੀ ਕਾਮਨਾ ਸਭ ਤੋਂ ਵੱਡੀ ਹੈ। ਜਦਕਿ ਆਪ ਮੇਰੇ ਉੱਪਰ ਪ੍ਰਸੰਨ ਹੋ ਧਨ ਪ੍ਰਾਪਤੀ ਦੇ ਲਈ ਕਿਹੜੀਆਂ ਚੀਜ਼ਾਂ ਦਾ ਹਵਨ ਕਰਨਾ ਚਾਹੀਦਾ ਹੈ? ਭਗਵਾਨ ਸ਼ਿਵ ਬੋਲੇ, ਜਗਤ ਦਾ ਕਲਿਆਣ ਕਰਨ ਵਾਲੀ ਅੰਬਿਕੇ, ਮੈਂ ਆਪ ਪਰ ਬਹੁਤ ਪ੍ਰਸੰਨ ਹਾਂ। ਆਪ ਨੇ ਜਗਤ ਦੇ ਕਲਿਆਣ ਲਈ ਹਵਨ ਵਿੱਚ ਪ੍ਰਯੋਗ ਹੋਣ ਵਾਲੇ ਦਰਵਾਂ ਨੂੰ ਜਾਣਨਾ ਚਾਹਿਆ, ਜਿਸ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ। ਹੇ ਮਹਾਦੇਵ, ਹੁਣ ਮੈਂ ਹਵਨ ਵਿੱਚ ਆਹੂਤੀ ਦੇ ਕਈ ਮਨੋਕਾਮਨਾ ਪੂਰੀ ਅਤੇ ਸਦਬੁੱਧੀ ਵਧਾਉਣ ਵਾਲੇ ਦਰਵਾਂ ਦਾ ਵਰਣਨ ਕਰਦਾ ਹਾਂ। ਲਾਲ ਕਮਲ ਜਾਂ ਜੂਹੀ ਦੇ ਫੁੱਲਾਂ ਦੁਆਰਾ ਹਵਨ ਕਰਨ ਨਾਲ ਸੋਨੇ ਦੀ ਪ੍ਰਾਪਤੀ ਹੁੰਦੀ ਹੈ। ਬਿਲਵ ਦਰੱਖਤ ਦੀਆਂ ਪੱਤੀਆਂ ਜਾਂ ਜੜ੍ਹਾਂ ਦਿਨਾਂ ਵਿੱਚੋਂ ਕਿਸੇ ਦਾ ਖੀਰ ਅਤੇ ਧੂਫ ਦੇ ਨਾਲ ਹਵਨ ਕਰਨ ਨਾਲ ਲਕਸ਼ਮੀ ਦੀ ਪ੍ਰਾਪਤੀ ਹੁੰਦੀ ਹੈ। ਦੁੱਧ, ਦਹੀਂ ਅਤੇ ਧੂਪ ਵਿੱਚ ਭਿਗੋਦੀ ਹੋਈ ਪੱਤੀਆਂ ਅਤੇ ਚੌਲਾਂ ਦਾ ਹਵਨ ਕਰਨ ਨਾਲ ਸਰਵਣ ਦੀ ਪ੍ਰਾਪਤੀ ਹੁੰਦੀ ਹੈ।
ਬੇਲ ਦੇ ਪੱਤਿਆਂ ਨੂੰ ਘਿਓ ਵਿੱਚ ਮਿਲਾ ਕੇ ਹਵਨ ਕਰਨ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ। ਸ਼ੁੱਧ ਗੂਗਲ ਦੇ ਘਿਓ ਨਾਲ ਹਵਨ ਕਰਨ ਨਾਲ ਭਾਗ ਖੁੱਲ੍ਹ ਜਾਂਦਾ ਹੈ। ਨਮਕ, ਭਿੰਨਾਵਾਂ ਅਤੇ ਲਾਖ ਦੇ ਮਿਸ਼ਰਣ ਨਾਲ ਹਵਨ ਕਰਨ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ। ਕਰੰਜ ਦੀ ਲੱਕੜੀ ਨਾਲ ਨਾਸ਼ ਹੋਇਆ ਧਨ ਪ੍ਰਾਪਤ ਹੁੰਦਾ ਹੈ। ਬੱਕਰੀ ਦਾ ਦੁੱਧ ਅਤੇ ਬਰਗਦ ਦਾ ਦੁੱਧ ਮਿਲਾ ਕੇ ਹਵਨ ਕਰਨ ਨਾਲ ਕਾ ਦੁਆਰਾ ਲਿਆ ਗਿਆ ਧਨ ਵਾਪਸ ਹੁੰਦਾ ਹੈ। ਹੇ ਦੇਵੀ, ਇਸ ਪ੍ਰਕਾਰ ਜੋ ਵਿਅਕਤੀ ਧਨ ਵਧਾਉਣ ਵਾਲੇ ਸਾਰੇ ਪਾਪਾਂ ਨੂੰ ਨਸ਼ਟ ਕਰਨ ਵਾਲੇ ਸਾਰੇ ਉਪਦਰਵਾਂ ਨੂੰ ਨਸ਼ਟ ਕਰਨ ਵਾਲੇ ਸਾਰੇ ਪ੍ਰਕਾਰ ਦੀ ਸ਼ਾਂਤੀ ਪ੍ਰਾਪਤ ਕਰਨ ਵਾਲੇ ਡਰ ਅਤੇ ਜਿੱਤ ਧਨ ਪ੍ਰਾਪਤ ਕਰਨ ਵਾਲੇ ਸੰਤਾਨ ਦੀ ਪ੍ਰਾਪਤੀ ਕਰਨ ਵਾਲੇ ਸਾਰੇ ਪ੍ਰਕਾਰ ਦੇ ਸੁੱਖ ਦੇਣ ਵਾਲੇ ਆਸ਼ਾਵਾਂ ਨੂੰ ਪੂਰਨ ਕਰਨ ਵਾਲੇ ਲੰਬੀ ਉਮਰ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਕਲਿਆਣਕਾਰੀ ਸ਼੍ਰੀ ਕਾਰਤਿਕ ਵੀਰ ਦੀ ਪੂਜਾ ਕਰਦਾ ਹੈ ਅਤੇ ਕਥਾ ਸੁਣਦਾ ਹੈ, ਉਹ ਸਾਰੇ ਸੁੱਖ ਪ੍ਰਾਪਤ ਕਰ ਲੈਂਦਾ ਹੈ। ਹੇ ਦੇਵੀ, ਰਾਜਾ ਅਤੇ ਚੋਰ ਦੁਆਰਾ ਦੁਖੀ ਹੋਈਆਂ ਅਤੇ ਅੱਗ ਅਤੇ ਜ਼ਹਿਰ ਪ੍ਰਯੋਗ ਹੋਣ ਦੁਆਰਾ ਮਹਾਮਾਰੀ ਦੁੱਖ ਸੰਵਰਧਨ ਵਿੱਚ ਰੁਕਾਵਟ ਕਾਰਜ ਬੇਤਾਲ ਗ੍ਰਿਮਤੀ ਜੀਵਨ ਵਿੱਚ ਰੁਕਾਵਟ ਮੌਤ ਦਾ ਡਰ ਦਰਵ ਦਾ ਨਾਮ ਹੋਣ ਤੱਕ ਜੋ ਵਿਅਕਤੀ ਸ਼੍ਰੀ ਰਾਜਗੇਸ਼ਵਰ ਕਾਰਤਿਕ ਵੀਰ ਅਰਜੁਨ ਕਥਾ ਦਾ ਪਤਾ ਕਰਦਾ ਹੈ, ਸੁਣਦਾ ਹੈ ਅਤੇ ਕਾਰਤਿਕ ਵੀਰ ਅਰਜੁਨ ਦਾ ਕਵਚ ਪਾਠ ਕਰਦਾ ਹੈ, ਉਸਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹੈ ਅਤੇ ਉਸਦੇ ਧਨ ਦਾ ਕਦੇ ਵੀ ਵਿਨਾਸ਼ ਨਹੀਂ ਹੁੰਦਾ ਅਤੇ ਉਹ ਧਨ ਦਾ ਸਵਾਮੀ ਬਣ ਜਾਂਦਾ ਹੈ।